चुकाने तू सुन ले दुआ रब्बा मेरे उतर देवे तेनू पुकारा चलो यहोवा मेरी आस है यहोवा मेरा साथ है यहोवा हर गल दा मैनू उतर देवे तेनू पुकारा चलो यहोवा तेनू पुकारा चलो यहोवा रब्बा मेरे रब्बा मेरे रब्बा मेरे तेरे कोल आंदे सिर झुकाने तू सुन ले दुआ रब्बा मेरे तू सुन ले दुआ रब्बा मेरे तू सुन ले दुआ रब्बा मेरे बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਮਸੀਹ ਹੋ, ਜਿਉਂਦਾ ਖੁਦਾ ਦੇ ਪੁੱਤਰ ਹੋ। ਪਿਆਰੇ ਭਰਾਓ ਤੇ ਭੈਣੋ, ਇਹ ਜੋ ਸ਼ਬਦ ਹਨ ਅੱਜ ਅਸੀਂ ਪਵਿੱਤਰ ਅੰਜੀਲ ਦੇ ਵਿੱਚੋਂ ਸੰਤ ਪਤਰਸ ਦੇ ਮੂੰਹ ਦੇ ਵਿੱਚੋਂ ਸੁਣਾਂਗੇ। ਇਹ ਸ਼ਬਦ ਸਾਡੇ ਮੂੰਹ ਦੇ ਵਿੱਚੋਂ ਉਸ ਸਮੇਂ ਨਿਕਲਣਗੇ ਜਦੋਂ ਅਸੀਂ ਨਿੱਜੀ ਤੌਰ ਤੇ ਉਸ ਮਸੀਹ ਦੇ ਨਾਲ ਜੁੜੇ ਹੋਏ ਹਾਂ। ਭਾਵ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਯਿਸੂ ਮਸੀਹ ਦੇ ਨਾਲ ਜੁੜੇ ਹੋਏ ਹਾਂ, ਤਾਂ ਹੀ ਸੰਤ ਪਤਰਸ ਦੀ ਤਰ੍ਹਾਂ ਸਾਡੇ ਮੂੰਹ ਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਭਾਵਨਾਵਾਂ ਯਿਸੂ ਮਸੀਹ ਦੇ ਪ੍ਰਤੀ ਸਾਡੇ ਮੂੰਹ ਦੇ ਵਿੱਚੋਂ ਵੀ ਨਿਕਲਣਗੇ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਨੂੰ ਯਿਸੂ ਮਸੀਹ ਦੇ ਨਾਲ ਦੁਆ ਪ੍ਰਾਰਥਨਾ ਦੇ ਵਿੱਚ ਸਮਾਂ ਬਿਤਾਉਣ ਦੇ ਲਈ ਸਾਨੂੰ ਸ਼ਕਤੀ ਦੇਵੇ, ਸਾਨੂੰ ਬਲ ਪ੍ਰਦਾਨ ਕਰੇ। ਨਾਲ ਹੀ ਨਾਲ ਅਸੀਂ ਆਪਣੇ ਗੁਨਾਹਾਂ ਦੇ ਲਈ ਖੁਦਾ ਬਾਪ ਦੇ ਕੋਲੋਂ ਮਾਫੀ ਮੰਗੀਏ, ਪਛਤਾਤਾਪ ਕਰੀਏ ਅਤੇ ਯੋਗ ਰੀਤੀ ਦੇ ਨਾਲ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਹਿੱਸਾ ਲਈਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ
ਇਸ ਲਈ ਧੰਨ ਸਦਾ ਕੁਆਰੀ ਮਰੀਅਮ ਸਾਰੇ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਆਪਣੀ ਅਸੀਮ ਦਇਆ ਸਾਨੂੰ ਵਿਖਾ ਅਤੇ ਆਪਣੇ ਲੋਕਾਂ ਦੀ ਮਦਦ ਕਰ ਜੋ ਤੈਨੂੰ ਚਰਵਾਹਾ ਅਤੇ ਆਗੂ ਮੰਨਦੇ ਹਨ। ਆਪਣੀ ਸ੍ਰਿਸ਼ਟੀ ਨੂੰ ਨਵੀਨ ਕਰਕੇ ਮੁੜ ਬਹਾਲ ਕਰ ਅਤੇ ਜਿਨ੍ਹਾਂ ਨੂੰ ਤੂੰ ਨਵੀਨ ਕੀਤਾ ਹੈ ਉਹਨਾਂ ਨੂੰ ਸੰਭਾਲ ਕੇ ਰੱਖ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। पाठ पहला। गिनती दी पुस्तक उसका 20 बाब 1 ਤੋਂ 13 आयत तक। पहले महीने विच सारी संगत कादेश के इलाके विच शीन दी उजाड़ विच पहुंच गई। उत्थे उन्हां डेरे ला लए। उत्थे मिरियम मर गई अते उन्हां उस नूं उत्थे दफना दिता। पर उस उजाड़ विच लोकां दे पीण लई पानी नहीं सी। इसलिए लोग इकट्ठे हो के मूसा अते हारून दे विरुद्ध गल्लां करन लगे। ओ मूसा नूं कहण लगे, चंगा हुंदा कि असीं भी अपने भरावां नाल प्रभु दे सामने ही मर जांदे। कि तू प्रभु दे लोकां नूं इस उजाड़ विच इसलिए लै आया कि असी इत्थे अपने पशुआं समेत मर जाइए। तू सानू मिस्र तो इस पैड़े थां ते क्यों लै आया जिथे ना अनाज है, ना हजीरा, ना अंगूर, ना अनार अते ना ही पीण दे लई पानी। ये सब सुन के मूसा अते हारून लोकां कोलों हट के संगत दे तंबू कोल जाके मूँह पा डिग पे। उत्थे उन्हां ते प्रभु दा तेज प्रगट होया। प्रभु ने मूसा नूं कहा, तू साखी दे तंबू कोलों लाठी लै अते हारून नूं नाल लै के सब लोकां नूं इकट्ठा कर। फिर तुसी लोकां दे सामने ही चट्टान नूं कहना कि ਉਹ ਤੁਹਾਨੂੰ ਪਾਣੀ ਦੇਵੇ, ਤਾਂ ਉਸ ਤੋਂ ਪਾਣੀ ਦੇ ਫੁਹਾਰੇ ਫੁੱਟ ਪੈਣਗੇ। ਉਹੀ ਪਾਣੀ ਤੁਸੀਂ ਲੋਕਾਂ ਅਤੇ ਉਹਨਾਂ ਦੇ ਪਸ਼ੂਆਂ ਨੂੰ ਪੀਣ ਲਈ ਦੇਣਾ। मूसा ने प्रभु दे कहे अनुसार जाके लाठी ले ली। फिर मूसा ते हारून ने सब लोकां नूं इकट्ठे करके कहा, हे विद्रोहियो, कि असीं इस चट्टान विचों तुहाडे लई पानी वगाईए। ये कह के मूसा ने 2 बार अपने हथ विचली लाठी चट्टान ते मारी अते उस विचों पानी दे फुहारे वग तुरे। तद लोकां अते उन्हां दे पशुआं ने उत्थों पानी पीता। तद प्रभु ने मूसा ते हारून नूं कहा, तुहानू भी मेरी शक्ति ते विश्वास नहीं है? इस कारण तुसी मेरे नां नूं इन्हां लोकां उत्ते प्रगट करन विच असफल रहे हो। इसलिए तुसी इन्हां लोकां नूं उस धरती ते पहुंचा नहीं सकोगे जो मैं इन्हां नूं देण वाला हां। एक घटना मरबिया दे पाणियां कोल वापरी, जिथे लोकां ने प्रभु दा विद्रोह कीता अते उत्थे ही
ਉਸਨੇ ਆਪਣੇ ਆਪ ਨੂੰ ਉਹਨਾਂ ਦੇ ਵਿਚਕਾਰ ਪਵਿੱਤਰ ਠਹਿਰਾਇਆ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। प्रभु तुहाडे नाल होवे ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। पाठ पवित्र अंजील संत मत्ती दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਦੋਂ ਯੀਸੂ कैसरिया फिलिप्पी ਦੇ ਇਲਾਕੇ ਵਿੱਚ ਪੁੱਜੇ ਤਾਂ ਉਸਨੇ ਆਪਣੇ ਚੇਲਿਆਂ ਤੋਂ ਪੁੱਛਿਆ, ਲੋਕ ਕੀ ਕਹਿੰਦੇ ਹਨ ਕਿ ਮਨੁੱਖ ਦਾ ਪੁੱਤਰ ਕੌਣ ਹੈ? ਉਹਨਾਂ ਨੇ ਕਿਹਾ, ਕੁਝ ਕਹਿੰਦੇ ਹਨ यूहन्ना ਬਪਤਿਸਤਾ ਦੇਣ ਵਾਲਾ, ਹੋਰ ਕਹਿੰਦੇ ਹਨ ਏਲੀਆ, ਅਤੇ ਕੁਝ ਹੋਰ ਕਹਿੰਦੇ ਹਨ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਹੋਰ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਸ਼ਿਮੌਨ ਪਤਰਸ ਨੇ ਉੱਤਰ ਦਿੱਤਾ,
ਤੁਸੀਂ ਮਸੀਹ ਹੋ, ਜਿਉਂਦੇ ਖੁਦਾ ਦੇ ਪੁੱਤਰ ਹੋ। ਉੱਤਰ ਵਿੱਚ ਯੀਸ਼ੂ ਨੇ ਉਹਨਾਂ ਨੂੰ ਕਿਹਾ, ਤੂੰ ਧੰਨ ਹੈ ਸ਼ਿਮੌਨ ਬਾਰ ਯਹੂਨਾ, ਕਿਉਂਕਿ ਮਾਸ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਸਵਰਗੀ ਬਾਪ ਨੇ ਇਹ ਤੇਰੇ ਉੱਤੇ ਪ੍ਰਗਟ ਕੀਤਾ ਹੈ। ਮੈਂ ਤੈਨੂੰ ਕਹਿੰਦਾ ਹਾਂ, ਤੂੰ ਪਤਰਸ ਹੈ, ਅਤੇ ਇਸ ਪੱਥਰ ਉੱਤੇ ਮੈਂ ਆਪਣੀ ਕਲੀਸਿਆ ਉਸਾਰਾਂਗਾ, ਅਤੇ ਮੌਤ ਦੀਆਂ ਸ਼ਕਤੀਆਂ ਉਸ ਉੱਤੇ ਫਤਿਹ ਨਹੀਂ ਪਾਉਣਗੀਆਂ। ਮੈਂ ਤੈਨੂੰ ਸਵਰਗ ਰਾਜ ਦੀਆਂ ਕੁੰਜੀਆਂ ਦੇਵਾਂਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਉਹ ਸਵਰਗ ਵਿੱਚ ਵੀ ਬੰਨਿਆ ਜਾਵੇਗਾ, ਅਤੇ ਜੋ ਕੁਝ ਵੀ ਤੂੰ ਧਰਤੀ ਉੱਤੇ ਖੋਲੇਗਾ ਉਹ ਸਵਰਗ ਵਿੱਚ ਵੀ ਖੁੱਲ ਜਾਵੇਗਾ। ਫਿਰ ਉਸਨੇ ਆਪਣੇ ਚੇਲਿਆਂ ਨੂੰ ਸਖਤ ਤਾਕੀਦ ਕੀਤੀ ਕਿ ਕਿਸੇ ਨੂੰ ਇਹ ਨਾ ਦੱਸਣ ਪਈ ਉਹ ਮਸੀਹ ਹੈ। ਉਸ ਦਿਨ ਤੋਂ ਯਿਸੂ ਆਪਣੇ ਚੇਲਿਆਂ ਨੂੰ ਇਹ ਦਰਸਾਉਣ ਲੱਗਾ ਕਿ ਉਸ ਯਰੂਸ਼ਲਮ ਜਾਣਾ ਹੈ, ਅਤੇ ਨੇਤਾਵਾਂ, ਮਹਾਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਸਹਿਣਾ ਹੈ, ਅਤੇ ਮਾਰ ਦਿੱਤਾ ਜਾਣਾ ਹੈ, ਅਤੇ ਤੀਜੇ ਦਿਨ ਜਿੰਦਾ ਕੀਤਾ ਜਾਣਾ ਹੈ। ਪਤਰਸ ਉਸ ਨੂੰ ਇੱਕ ਪਾਸੇ ਕਰਕੇ ਬੜੇ ਰੋਸ ਨਾਲ ਇਹ ਕਹਿਣ ਲੱਗਾ, ਖੁਦਾ ਨਾ ਕਰੇ ਪ੍ਰਭੂ, ਇਸ ਤਰ੍ਹਾਂ ਤੁਹਾਡੇ ਨਾਲ ਕਦੀ ਵਾਪਰੇ। ਪਰ ਉਸਨੇ ਪਿਛਾਂਹ ਮੁੜ ਕੇ ਪਤਰਸ ਨੂੰ ਕਿਹਾ, ਚੱਲ ਮੇਰੇ ਤੋਂ ਪਿੱਛੇ ਹਟ ਸ਼ੈਤਾਨ, ਤੂੰ ਮੇਰੇ ਰਾਹ ਵਿੱਚ ਠੋਕਰ ਹੈ, ਕਿਉਂਕਿ ਤੇਰੀ ਸੋਚ ਖੁਦਾ ਵੱਲ ਦੀ ਨਹੀਂ, ਸਗੋਂ ਮਨੁੱਖਾਂ ਵੱਲ ਦੀ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਯਿਸੂ ਮਸੀਹ ਆਪਣੇ ਚੇਲਿਆਂ ਨੂੰ ਅੱਜ ਇੱਕ ਸਵਾਲ ਪੁੱਛਦਾ ਵਾ, ਇੱਕ ਪ੍ਰਸ਼ਨ ਪੁੱਛਦਾ ਵਾ। ਲੋਕ ਕੀ ਕਹਿੰਦੇ ਨੇ ਕਿ ਮਨੁੱਖ ਦਾ ਪੁੱਤਰ ਕੌਣ ਹੈ? ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਹਿਲਾਂ ਦੇਖਾਂਗੇ ਕਿ ਇਸਲਾਮ ਧਰਮ ਯਿਸੂ ਮਸੀਹ ਦੇ ਬਾਰੇ ਕੀ ਕਹਿੰਦਾ ਹੈ। ਇਸਲਾਮ ਧਰਮ ਯਿਸੂ ਮਸੀਹ ਬਾਰੇ ਇਹ ਕਹਿੰਦਾ ਵਾ ਕਿ ਯਿਸੂ ਮਸੀਹ ਇੱਕ ਨਬੀ ਹੈ, ਉਹ ਖੁਦਾ ਨਹੀਂ ਹੈ। ਯਿਸੂ ਮਸੀਹ ਇੱਕ ਨਬੀ ਹੈ, ਉਹ ਖੁਦਾ ਨਹੀਂ ਹੈ। ਹਿੰਦੂ ਧਰਮ ਯਿਸੂ ਮਸੀਹ ਦੇ ਬਾਰੇ ਇਹ ਵਿਚਾਰ ਰੱਖਦੇ ਹਨ, ਇਹ ਸੋਚ ਰੱਖਦੇ ਹਨ ਕਿ ਯਿਸੂ ਮਸੀਹ ਵੀ ਕਈ ਦੇਵੀ ਦੇਵਤਿਆਂ ਵਾਂਗੂ ਹੈ, ਉਹਨਾਂ ਦੇ ਵਿੱਚੋਂ ਇੱਕ ਦੇਵੀ ਦੇਵਤਾ ਹੈ। ਯਿਸੂ ਮਸੀਹ ਵੀ ਕਈ ਦੇਵਤਿਆਂ ਵਿੱਚੋਂ ਇੱਕ ਦੇਵੀ ਦੇਵਤਾ ਹੈ। ਬਾਕੀ ਧਰਮਾਂ ਦੇ ਵਿਚਾਰ ਯਿਸੂ ਮਸੀਹ ਦੇ ਪ੍ਰਤੀ। ਪਰ ਜਦੋਂ ਅਸੀਂ ਸੰਤ ਮੱਤੀ ਦੀ ਅੰਜੀਲ ਉਹਦਾ 3 ਬਾਬ 17 ਐ ਵਿੱਚ ਪੜ੍ਹਦੇ ਹਾਂ ਤਾਂ ਵਚਨ ਸਾਨੂੰ ਦੱਸਦਾ ਹੈ ਕਿ ਜਦੋਂ ਪ੍ਰਭੂ ਯਿਸੂ ਮਸੀਹ ਬਪਤਿਸਮਾ ਲੈ ਚੁੱਕਿਆ ਹੁੰਦਾ ਵਾ ਤਾਂ ਸਵਰਗ ਵਿੱਚੋਂ ਇੱਕ ਆਵਾਜ਼ ਆਉਂਦੀ ਹੈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਹੀ ਖੁਸ਼ ਹਾਂ, ਪ੍ਰਸੰਨ ਹਾਂ। ਇਹ ਹਨ ਖੁਦਾ ਬਾਪ ਦੇ ਸ਼ਬਦ, ਇਹ ਹਨ ਯਿਸੂ ਮਸੀਹ ਦੇ ਪ੍ਰਤੀ ਖੁਦਾ ਬਾਪ ਦੇ ਸ਼ਬਦ। ਹੁਣ ਜਦੋਂ ਅਸੀਂ ਬਾਈਬਲ ਵਿੱਚੋਂ ਸੁਣਦੇ ਹਾਂ ਤਾਂ ਵਚਨ ਸਾਨੂੰ ਦੱਸਦਾ ਹੈ, ਜਦੋਂ ਅਸੀਂ ਸੰਤ ਯਹੂਨਾ ਦੀ ਅੰਜੀਲ ਉਸ ਦਾ 1 ਬਾਬ 14 ਐਤ ਵਿੱਚ ਪੜ੍ਹਦੇ ਹਾਂ ਤਾਂ ਵਚਨ ਸਾਨੂੰ ਦੱਸਦਾ ਹੈ, ਸ਼ਬਦ ਦੇ ਧਾਰੀ ਹੋਇਆ ਅਤੇ ਸਾਡੇ ਵਿੱਚ ਡੇਰਾ ਲਾਇਆ। ਹੁਣ ਉਹ ਸ਼ਬਦ ਕੌਣ ਹੈ? ਉਹ ਸ਼ਬਦ ਯਿਸੂ ਮਸੀਹ ਹੈ, ਜਿਸ ਨੇ ਸਾਡੇ ਸਾਰਿਆਂ ਦੇ ਲਈ ਮਨੁੱਖ ਦਾ ਰੂਪ ਧਾਰ ਕਰਕੇ ਇਸ ਸੰਸਾਰ ਦੇ ਵਿੱਚ ਆਇਆ। ਜਦੋਂ ਅਸੀਂ ਚੇਲਿਆਂ ਦੇ ਕਰਤੱਵ ਉਸ ਦਾ 2 ਬਾਬ 36 ਐਤ ਵਿੱਚ ਪੜ੍ਹਦੇ ਹਾਂ ਤਾਂ ਵਚਨ ਸਾਨੂੰ ਦੱਸਦਾ ਹੈ,
ਇਸ ਲਈ ਇਸਰਾਇਲ ਦਾ तमाम ਘਰਾਨਾ ਇਹ ਯਕੀਨੀ ਜਾਣ ਲਵੇ ਕਿ ਖੁਦਾ ਨੇ ਉਸ ਯਿਸੂ ਨੂੰ ਪ੍ਰਭੂ ਅਤੇ ਮਸੀਹ ਦੋਵੇਂ ਬਣਾਇਆ ਹੈ, ਉਸ ਨੂੰ ਜਿਸ ਨੂੰ ਤੁਸੀਂ ਸਲੀਬ ਉੱਤੇ ਚੜਾਇਆ ਸੀ। ਇਹ ਹਨ ਯਿਸੂ ਮਸੀਹ ਦੇ ਪ੍ਰਤੀ ਬਾਈਬਲ ਦੇ ਸ਼ਬਦ। ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸੰਤ ਪਤਰਸ ਦੇ ਮੂੰਹ ਦੇ ਵਿੱਚੋਂ ਸ਼ਬਦ ਸੁਣੇ ਹਨ ਯਿਸੂ ਮਸੀਹ ਦੇ ਪ੍ਰਤੀ। ਉਹ ਸ਼ਬਦ ਇਹ ਹਨ ਕਿ ਤੁਸੀਂ ਮਸੀਹ ਹੋ, ਜਿਉਂਦਾ ਖੁਦਾ ਦੇ ਪੁੱਤਰ ਹੋ। ਸੰਤ ਥੋਮਸ ਦੇ ਵਿਚਾਰ ਪ੍ਰਭੂ ਯਿਸੂ ਮਸੀਹ ਦੇ ਪ੍ਰਤੀ ਕੀ ਹਨ? ਜਦੋਂ ਪ੍ਰਭੂ ਯਿਸੂ ਮਸੀਹ ਸੰਤ ਥੋਮਸ ਦਾ ਸ਼ੱਕ ਦੂਰ ਕਰਦਾ ਵਾ ਤਾਂ ਉਸ ਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਬਾਹਰ ਆਉਂਦੇ ਨੇ, ਮੇਰੇ ਪ੍ਰਭੂ ਮੇਰੇ ਖੁਦਾ। ਪਿਆਰੇ ਭਰਾਓ ਤੇ ਭੈਣੋ, ਅਸੀਂ ਹੁਣ ਸੁਣਿਆ ਕਿ ਬਾਕੀ ਧਰਮ ਯਿਸੂ ਮਸੀਹ ਦੇ ਪ੍ਰਤੀ ਕੀ ਵਿਚਾਰ ਰੱਖਦੇ ਨੇ। ਖੁਦਾ ਬਾਪ ਦੇ ਪ੍ਰਤੀ, ਖੁਦਾ ਬਾਪ ਦੇ ਸ਼ਬਦ ਯਿਸੂ ਮਸੀਹ ਦੇ ਪ੍ਰਤੀ ਕੀ ਹਨ, ਉਹ ਵੀ ਅਸੀਂ ਸੁਣਿਆ। ਅਸੀਂ ਸੁਣਿਆ ਬਾਈਬਲ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੀ ਕਹਿੰਦੀ ਹੈ। ਅਸੀਂ ਸੁਣਿਆ ਸੰਤ ਪਤਰਸ ਯਿਸੂ ਮਸੀਹ ਦੇ ਪ੍ਰਤੀ ਕੀ ਸੋਚ ਰੱਖਦਾ ਵਾ, ਅਤੇ ਅਸੀਂ ਇਹ ਵੀ ਸੁਣਿਆ ਕਿ ਸੰਤ ਥੋਮਸ ਦੇ ਵਿਚਾਰ ਯਿਸੂ ਮਸੀਹ ਦੇ ਪ੍ਰਤੀ ਕੀ ਹਨ। ਪਿਆਰਿਓ, ਜੇਕਰ ਸਾਡੇ ਵੀ ਵਿਚਾਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਜੇਕਰ ਸਾਡੇ ਮੂੰਹ ਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਸ਼ਬਦ ਹੋਣੇ ਚਾਹੀਦੇ ਨੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਵੀ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜਨਾ ਚਾਹੀਦਾ ਹੈ। ਸਾਨੂੰ ਵੀ ਪ੍ਰਭੂ ਯਿਸੂ ਮਸੀਹ ਦੇ ਨਾਲ ਦੁਆ ਪ੍ਰਾਰਥਨਾ ਦੇ ਵਿੱਚ ਸਮਾਂ ਬਿਤਾਉਣਾ ਚਾਹੀਦਾ ਹੈ। ਤਾਂ ਹੀ ਸਾਡੇ ਮੂੰਹ ਦੇ ਵਿੱਚੋਂ ਇਸ ਪ੍ਰਕਾਰ ਦੇ ਸ਼ਬਦ ਬਾਹਰ ਆਉਣਗੇ ਕਿ ਤੁਸੀਂ ਮਸੀਹ ਹੋ, ਜਿੰਦਾ ਖੁਦਾ ਦੇ ਪੁੱਤਰ ਹੋ। ਇਹ ਸੰਤ ਪਤਰਸ ਦਾ ਯਿਸੂ ਮਸੀਹ ਦੇ ਪ੍ਰਤੀ ਪਿਆਰ ਸੀ। ਇਹ ਸੰਤ ਪਤਰਸ ਦਾ ਯਿਸੂ ਮਸੀਹ ਦੇ ਪ੍ਰਤੀ ਉਹ ਨੇੜਤਾ ਸੀ ਕਿ ਉਸ ਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਬਾਹਰ ਆਏ ਕਿ ਤੁਸੀਂ ਮਸੀਹ ਹੋ, ਜਿੰਦਾ ਖੁਦਾ ਦੇ ਪੁੱਤਰ ਹੋ। ਪਿਆਰੇ ਭਰਾਓ ਤੇ ਭੈਣੋ, ਜੇਕਰ ਅਸੀਂ ਆਪਣਾ ਸਮਾਂ ਯਿਸੂ ਮਸੀਹ ਦੇ ਨਾਲ ਪ੍ਰਾਰਥਨਾ ਦੇ ਸਮੇਂ ਗੁਜ਼ਾਰਦੇ ਹਾਂ, ਜਦੋਂ ਅਸੀਂ ਆਪਣਾ ਸਮਾਂ ਖੁਦਾ ਬਾਪ ਨੂੰ ਦਿੰਦੇ ਹਾਂ, ਮਸੀਹ ਨੂੰ ਦਿੰਦੇ ਹਾਂ, ਜਦੋਂ ਅਸੀਂ ਆਪਣਾ ਸਮਾਂ ਉਸ ਮਸੀਹ ਦੇ ਨਾਲ ਦੁਆ ਪ੍ਰਾਰਥਨਾ ਦੇ ਰਾਹੀਂ ਗੁਜ਼ਾਰਦੇ ਹਾਂ, ਤਾਂ ਹੀ ਸਾਡੇ ਮੂੰਹ ਦੇ ਵਿੱਚੋਂ ਇਸ ਪ੍ਰਕਾਰ ਦੀਆਂ ਭਾਵਨਾਵਾਂ ਯਿਸੂ ਮਸੀਹ ਦੇ ਪ੍ਰਤੀ ਨਿਕਲਣਗੀਆਂ। ਤੇ ਆਓ ਅਸੀਂ ਅੱਜ ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਪ੍ਰਾਰਥਨਾ ਕਰੀਏ ਕਿ ਖੁਦਾ ਸਾਨੂੰ ਦੁਆ ਪ੍ਰਾਰਥਨਾ ਵਾਲਾ ਜੀਵਨ ਬਖਸ਼ੇ ਅਤੇ ਸਾਡੇ ਮੂੰਹ ਦੇ ਵਿੱਚੋਂ ਵੀ ਇਸ ਪ੍ਰਕਾਰ ਦੇ ਚੰਗੇ ਸ਼ਬਦ, ਇਸ ਪ੍ਰਕਾਰ ਦੀਆਂ ਚੰਗੀਆਂ ਭਾਵਨਾਵਾਂ ਯਿਸੂ ਮਸੀਹ ਦੇ ਪ੍ਰਤੀ ਬਾਹਰ ਆਉਣ। तन मन दी तन सब दी
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੇ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਖੁਦਾ, ਆਪਣੀ ਮਿਹਰ ਨਾਲ ਇਹਨਾਂ ਨਜ਼ਰਾਨਿਆਂ ਨੂੰ ਪਾਕ ਕਰ ਜੋ ਅਸੀਂ ਤੈਨੂੰ ਚੜਾਉਂਦੇ ਹਾਂ। ਸਾਡੀ ਸਾਰੀ ਜ਼ਿੰਦਗੀ ਨੂੰ ਕਬੂਲ ਕਰਕੇ ਇਸ ਨੂੰ ਆਪਣੇ ਲਈ ਇੱਕ ਸਦੀਵੀ ਨਜ਼ਰਾਨੇ ਵਿੱਚ ਬਦਲ ਦੇ, ਤਾਂ ਜੋ ਅਸੀਂ ਇਸ ਕੁਰਬਾਨੀ ਦੇ ਲੇਲੇ ਯਿਸੂ ਮਸੀਹ ਨਾਲ ਜੁੜੇ ਰਹੀਏ, ਜਿਸ ਦੀ ਇੱਕੋ ਇੱਕ ਕੁਰਬਾਨੀ ਤੈਨੂੰ ਪ੍ਰਵਾਨਯੋਗ ਹੈ। ਉਹ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੀ ਸਲੀਬੀ ਮੌਤ ਤੇ ਜੀ ਉੱਠਣ ਦੇ ਰਾਹੀਂ ਉਸਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਅਤੇ ਸਾਨੂੰ ਉਸ ਸ਼ਾਨ ਦਾ ਮਾਣ ਬਖਸ਼ਿਆ ਜਿਸ ਦੇ ਦੁਆਰਾ ਅਸੀਂ ਇੱਕ ਚੁਣੀ ਹੋਈ ਕੁਲ, ਸ਼ਾਹੀ ਪ੍ਰੋਹਿਤਾਈ, ਪਵਿੱਤਰ ਕੌਮ ਅਤੇ ਪ੍ਰਭੂ ਲਈ ਵੱਖਰੇ ਕੀਤੇ ਲੋਕ ਹੋਣ ਲਈ ਸੱਦੇ ਗਏ ਹਾਂ। ਅਸੀਂ ਹਰ ਜਗ੍ਹਾ ਤੇਰੇ ਅਤੀ ਮਹਾਨ ਕੰਮਾਂ ਦਾ ਐਲਾਨ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਅਨੋਖੇ ਚਾਨਣ ਵੱਲ ਪਹੁੰਚਾਇਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ ਪਾਕ ਪਾਕ, ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਇਹ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ, ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ
ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ ਅਤੇ ਸਾਡੇ ਰਸੂਲੀ ਸੰਚਾਲਕ ਬਿਸ਼ਪ ਐਗਨੈਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ, ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਅੱਖਾਂ ਦੀ ਦਲੇਰੀ ਰੱਖਦੇ ਹਾਂ। ਆਏ ਸਾਡੇ ਬਾਪ, ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਸਵਰਗ ਦੀ ਰੋਟੀ ਨਾਲ ਤੂੰ ਆਪਣੇ ਲੋਕਾਂ ਨੂੰ ਰਜਾਇਆ ਹੈ। ਆਪਣੀ ਹਿਫਾਜ਼ਤ ਨਾਲ ਲਗਾਤਾਰ ਉਹਨਾਂ ਦਾ ਸਾਥ ਦੇ ਅਤੇ ਉਹਨਾਂ ਨੂੰ ਸਦੀਵੀ ਇਨਾਮ ਦੇ ਲਾਇਕ ਬਣਾ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਪ੍ਰਦਾਨ ਕਰੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਆਏ ਨਹਾਇਤ ਮਿਹਰਬਾਨ ਕੁਆਰੀ ਮਾਂ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੂੰ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸਤੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਧਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।